'ਚ ਤਾਂ ਠੀਕ ਹੈ, ਜੀਰੀਆਂ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਵੱਡਾ ਪ੍ਰੋਬਲਮ ਆਉਂਦੀ ਹੈ ਕਿਉਂਕਿ ਉਹਦੇ 'ਚ ਨਮੀ ਵੀ ਜ਼ਿਆਦਾ ਹੁੰਦੀ ਹੈ ਤੇ ਜ਼ਿਮੀਂਦਾਰ ਜਿਹੜਾ ਪਕਾਉਣ ਦੀ ਬੜੀ ਕੋਸ਼ਿਸ਼ ਕਰਦਾ, ਅੱਗੋਂ ਠੰਡ ਆਉਣ ਲੱਗ ਜਾਂਦੀ ਹੈ, ਪੱਕਦੀ ਹੈ ਨਹੀਂ। ਇਹ ਫਿਰ ਕੀ ਕਰਦੇ ਆ, ਇੱਕ ਤਾਂ ਮਸ਼ੀਨ ਇਹਨਾਂ ਨੇ ਉੱਥੇ ਗੇਟ ਤੇ ਰੱਖੀ ਹੈ, ਇੱਕ ਇਹਨਾਂ ਸਾਰਿਆਂ ਆੜ੍ਹਤੀਆਂ ਨੇ ਆਪਣੇ ਕੋਲ ਰੱਖੀ ਹੈ। ਉਹ ਜਿਹੜੀ ਸਰਕਾਰੀ ਮਸ਼ੀਨ ਹੈ ਉਹਨੂੰ ਇਹ ਮੰਨਦੇ ਨਹੀਂ ਹੈਗੇ। ਅੱਛਾ, ਆੜ੍ਹਤੀਏ ਮਤਲਬ ਮੰਨਦੇ ਨਹੀਂ ਮੰਨਦੇ। ਉਹ ਉਹਨਾਂ ਮੋਚਰ ਭਾਵੇਂ ਜੇ ਉੱਥੇ ਮੰਨ ਲਾ 17 ਹੈ, ਇਹਨਾਂ ਦਾ 20 ਆਊਗਾ, ਉਹਨੂੰ ਕਹਿਣਗੇ ਉਹ ਬਿਲਕੁਲ ਬੇਕਾਰ ਹੈ। ਸਰਕਾਰ ਨੂੰ ਹੀ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੂੰ ਇਹ ਸਵਾਲਾਂ ਦੇ ਕਟਹਿਰੇ ਦੇ ਵਿੱਚ ਖੜਾ ਕਰ ਦਿੰਦੇ ਨੇ। ਬਿਲਕੁਲ ਜੀ, ਜਦੋਂ ਸਰਕਾਰ ਨੇ ਉੱਥੇ ਪਾਇਆ ਜਾਂ ਤਾਂ ਉਹਨੂੰ ਮੰਨਣ ਜਾਂ ਇਹਨਾਂ ਨੂੰ ਮੰਨਣ, ਜਾਂ ਇਹ ਜਿਹੜੀ ਇਹ ਰੱਖਦੇ ਆ ਮਸ਼ੀਨ ਇਹਨਾਂ ਨੂੰ ਮੰਨਣ, ਕਿਉਂ ਉਹਦੇ ਆਧਾਰ ਤੇ ਸਾਨੂੰ ਇਹ 3-3 ਕਿਲੋ 4-4 ਕਿਲੋ ਵੀ ਕੱਟ ਲਾ ਦਿੰਦੇ ਆ। ਸਰਕਾਰ ਵੱਲੋਂ ਵੀ ਵੱਡੇ ਦਾਅਵੇ ਕੀਤੇ ਗਏ ਸੀ ਕਿ ਅਸੀਂ ਚੱਕਾਂਗੇ। ਖੁਸ਼ ਹੋ ਸਰਕਾਰ ਦੇ ਦਾਅਵਿਆਂ ਤੋਂ ਤੇ ਪ੍ਰਬੰਧਾਂ? ਨਹੀਂ, ਪ੍ਰਬੰਧ ਠੀਕ ਹੈ ਜੀ, ਦੇਖੋ ਸਾਰਾ ਕੁਝ ਠੀਕ ਹੈ, ਛਾਂ ਦਾ ਵੀ ਬੈਠਣ ਦਾ ਵੀ ਵਧੀਆ ਪ੍ਰੋਗਰਾਮ ਹੈ, ਚਾਹ ਪਾਣੀ ਦਾ ਵੀ ਠੀਕ ਹੈ ਜੀ। ਕਿਸਾਨ ਅੰਦੋਲਨ ਚੱਲਿਆ 1.5 ਸਾਲ ਦੇ ਕਰੀਬ ਲੰਮਾ ਸਮਾਂ, ਕਿੰਨੀਆਂ ਕੁਰਬਾਨੀਆਂ ਹੋਈਆਂ, ਕਿਸਾਨਾਂ ਨੇ ਕਾਨੂੰਨ ਰੱਦ ਕਰਵਾਏ, ਪਰ ਫਿਰ ਵੀ ਵੀਡੀਓ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਆ ਰਹੀਆਂ ਨੇ ਜਿਹਦੇ ਵਿੱਚ ਆਪਣੇ ਹੀ ਕਿਸਾਨ ਭਰਾ ਜਿਹੜੇ ਨੇ ਕਾਰਪੋਰੇਟਿਵ ਘਰਾਣਿਆਂ ਦੇ ਵੱਡੇ ਵੱਡੇ ਸੈਲਰਾਂ ਦੇ ਵਿੱਚ ਆਪਣੀ ਫਸਲ ਲੈ ਕੇ ਜਾ ਰਹੇ ਨੇ। ਠੀਕ ਬਿਲਕੁਲ ਠੀਕ ਕਰ ਰਹੇ ਆ। ਜੇ ਉਹਨਾਂ ਨੂੰ 2 ਰੁਪਏ ਵੱਧ ਮਿਲਦੇ ਆ ਤੇ ਜਾਣ। ਸੰਘਰਸ਼ ਕਿਉਂ ਕੀਤਾ ਗਿਆ ਸੀ? ਕਿ ਸੰਘਰਸ਼ ਤੇ ਇਸੇ ਕਰਕੇ ਕੀਤਾ ਸੀ ਵੀ ਉਹ ਸਾਡੇ ਖਤਮ ਕਰ ਰਹੇ ਸੀ, ਸਾਰਾ ਕੁਝ ਮੰਡੀਆਂ ਹੀ ਖਤਮ ਕਰ ਰਹੇ ਸੀ। ਜੇ ਹੁਣ ਉਹ ਕਹਿੰਦੇ ਵੀ ਕਿਤੇ ਵੀ ਜਾ ਕੇ ਵੇਚ ਸਕਦਾ ਕੋਈ, ਜੇ ਹੁਣ ਸਾਨੂੰ ਇੱਥੇ ਠੀਕ ਨਹੀਂ ਲੱਗਦਾ, ਜੇ ਸਾਡਾ ਬਿਹਾਰ ਜਾ ਕੇ 4000 ਨੂੰ ਲੱਗਦੀ ਸੀ, ਉੱਥੇ ਲੈ ਜਾਾਂਗੇ ਗੱਡੀ ਭਰ ਕੇ, ਉੱਥੇ ਵੇਚਾਂਗੇ। ਅਗਰ ਉਹ ਇੱਥੇ ਆ ਰਹੇ ਨੇ ਤੇ ਫਿਰ ਕੀ ਮਾੜਾ ਹੈ? ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸੰਸਾਰਦੀਪ। ਕਿਸਾਨ ਦੇ ਖੇਤਾਂ ਦੇ ਵਿੱਚ ਕਣਕ ਦੀਆਂ ਫਸਲਾਂ ਪੱਕ ਚੁੱਕੀਆਂ ਨੇ। ਖੇਤਾਂ ਦਾ ਰਾਜਾ ਕਿਸਾਨ ਅੱਜ ਆਪਣੀ ਫਸਲ ਲੈ ਕੇ ਮੰਡੀਆਂ ਦੇ ਵਿੱਚ, ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਪਹੁੰਚ ਚੁੱਕਿਆ ਹੈ। 6 ਮਹੀਨੇ ਦੀ ਕੜੀ ਮਿਹਨਤ ਤੋਂ ਬਾਅਦ ਆਪਣੇ ਬੱਚਿਆਂ ਵਾਂਗ ਪਾਲੀ ਫਸਲ ਦਾ ਕੀਤੀ ਮਿਹਨਤ ਦਾ ਮੁੱਲ ਲੈਣ ਦੇ ਲਈ ਕਿਸਾਨ ਮੰਡੀਆਂ ਦੇ ਵਿੱਚ ਬੈਠਾ ਹੈ। ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਰਹੇ ਨੇ ਕਿ ਇਸ ਵਾਰ ਹੁਣ ਤੱਕ ਜਿਹੜੀ ਆ ਤਕਰੀਬਨ 4 ਲੱਖ ਮੀਟ੍ਰਿਕ ਟਨ ਦੀ ਕਣਕ ਦੀ ਖਰੀਦ ਜਿਹੜੀ ਆ ਹੋ ਚੁੱਕੀ ਆ, ਜਿਹੜਾ ਕਿ ਪਿਛਲੇ 5 ਸਾਲਾਂ ਦਾ ਇੱਕ ਵੱਡਾ ਰਿਕਾਰਡ ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਖਰੀਦ ਦੇ ਮਾਮਲੇ ਦੇ ਵਿੱਚ ਜਿਹੜਾ ਕਾਇਮ ਹੋ ਚੁੱਕਿਆ। ਭਗਵੰਤ ਮਾਨ ਸਾਹਿਬ, ਮਾਣਯੋਗ ਮੁੱਖ ਮੰਤਰੀ ਪੰਜਾਬ ਨੇ ਫਸਲ ਦੀ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਟਵੀਟ ਕਰਕੇ ਕਿਸਾਨਾਂ ਨੂੰ ਹੌਸਲਾ ਦਿੱਤਾ ਸੀ ਕਿ ਤੁਹਾਡਾ ਇੱਕ ਇੱਕ ਦਾਣਾ ਜਿਹੜਾ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਤੇ ਚੱਕੂਗੀ। ਕਿਸਾਨ ਦਾ ਮੰਡੀਆਂ ਦੇ ਵਿੱਚ ਰੁਲਣ ਦਾ ਜਿਹੜਾ ਸਮਾਂ ਉਹ ਹੁਣ ਖਤਮ ਹੋ ਗਿਆ। ਰੂਪਨਗਰ ਦੀ ਮੰਡੀ ਦੇ ਵਿੱਚ ਅਸੀਂ ਪਹੁੰਚੇ ਹਾਂ। ਸਰਕਾਰ ਵੱਲੋਂ ਤਾਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ, ਪਰ ਆਖਰ ਮੰਡੀਆਂ ਦੀ ਅਸਲੀਅਤ ਕੀ ਆ? ਮੰਡੀਆਂ ਦੇ ਵਿੱਚ ਆਪਣੀ ਫਸਲ ਲੈ ਕੇ ਪਹੁੰਚਿਆ ਖੇਤਾਂ ਦਾ ਰਾਜਾ ਕਿਸਾਨ ਕੀ ਸੋਚਦਾ ਸਰਕਾਰ ਦੇ ਦਾਅਵਿਆਂ ਬਾਰੇ, ਤੇ ਕੀ ਉਹ ਮੰਡੀਆਂ ਦੇ ਵਿੱਚ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਦਾ ਖੁਸ਼ ਆ? ਗੱਲਬਾਤ ਕਰਦੇ ਹਾਂ। ਸਾਡੇ ਨਾਲ ਕਿਸਾਨ ਕੁਝ ਮੌਜੂਦ ਨੇ ਜਿਹੜੇ ਆਪਣੀ ਫਸਲ ਲੈ ਕੇ ਪਹੁੰਚੇ ਨੇ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ? ਮੇਰਾ ਨਾਮ ਬਲਦੇਵ ਸਿੰਘ ਹੈ ਜੀ। ਕਦੋਂ ਆਏ ਜੀ ਤੁਸੀਂ ਫਸਲ ਲੈ ਕੇ? ਤਾਂ ਵੈਸੇ ਅੱਜ ਸਵੇਰੇ ਹੀ ਆਏ ਸੀਗੇ, ਸਵੇਰੇ ਵੀ ਨਹੀਂ ਆਏ, ਅਸੀਂ ਦੁਪਹਿਰਾਂ ਨੂੰ ਆਏ ਆ 12 ਵਜੇ। ਅੱਛਾ ਜੀ। 12 ਵਜੇ ਆ ਕੇ ਸਾਡੀ ਫਸਲ ਸੁੱਕੀ ਸੀਗੀ, ਬਿਲਕੁਲ ਸੁੱਕੀ ਸੀ ਤੇ ਹੁਣ ਤੁੱਲਦੀ ਹੈ ਬਈ। ਅੱਛਾ ਜੀ। ਹਾਂ, ਔਰ ਤੁਸੀਂ ਦੇਖ ਕੇ ਹੀ ਆਏ ਹੋ, ਹੁਣ ਤੁੱਲ ਰਹੀ ਹੈ। ਬਾਕੀ ਚਲੋ ਜਿਹੜੀ ਸੁੱਕੀ ਫਸਲ ਆ ਉਹਨੂੰ ਤਾਂ ਲੈਣਾ ਹੀ ਲੈਣਾ, ਜਿਹਦੀ ਥੋੜੀ ਨਮੀ ਹੈ ਉਹਨੂੰ ਵੀ, ਯਾਨੀ ਕਿ ਜਿਵੇਂ ਹੁਣ ਆ ਤੁਹਾਡੇ ਕੋਲ ਪਈ ਹੈ, ਧੁੱਪ ਲਾ ਕੇ ਤੇ ਆਪਣਾ ਸੁਕਾ ਕੇ ਪਾ ਦਿੰਦੇ ਆ। ਵੈਸੇ ਇੰਨੀ ਕੋਈ ਦਿੱਕਤ ਜੇ ਨਹੀਂ ਆ ਰਹੀ ਹੈ ਕਿਉਂਕਿ ਅਜੇ ਪੂਰਾ ਜ਼ੋਰ ਨਹੀਂ ਪਿਆ ਹੈਗਾ, ਹੋਰ 10 ਦਿਨਾਂ ਨੂੰ ਜ਼ੋਰ ਪੈ ਜਾਣਾ ਹੈ। ਇਹਦੇ ਵਿੱਚ ਇੱਕ ਹੋਰ ਸਾਡੀ ਥੋੜੀ ਜਿਹੀ ਪ੍ਰੋਬਲਮ ਹੈ। ਚਲੋ ਹੁਣ ਤਾਂ ਸਾਨੂੰ ਅਜੇ ਠੀਕ ਹੈ, ਕਣਕ 'ਚ ਤਾਂ ਠੀਕ ਹੈ, ਜੀਰੀਆਂ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਵੱਡਾ ਪ੍ਰੋਬਲਮ ਆਉਂਦੀ ਹੈ ਕਿਉਂਕਿ ਉਹਦੇ 'ਚ ਨਮੀ ਵੀ ਜ਼ਿਆਦਾ ਹੁੰਦੀ ਹੈ ਤੇ ਜ਼ਿਮੀਂਦਾਰ ਜਿਹੜਾ ਪਕਾਉਣ ਦੀ ਬੜੀ ਕੋਸ਼ਿਸ਼ ਕਰਦਾ, ਅੱਗੋਂ ਠੰਡ ਆਉਣ ਲੱਗ ਜਾਂਦੀ ਹੈ, ਪੱਕਦੀ ਹੈ ਨਹੀਂ। ਇਹ ਫਿਰ ਕੀ ਕਰਦੇ, ਇੱਕ ਤਾਂ ਮਸ਼ੀਨ ਇਹਨਾਂ ਨੇ ਉੱਥੇ ਗੇਟ ਤੇ ਰੱਖੀ ਹੈ, ਇੱਕ ਇਹਨਾਂ ਸਾਰਿਆਂ ਆੜ੍ਹਤੀਆਂ ਨੇ ਆਪਣੇ ਕੋਲ ਰੱਖੀ ਹੈ। ਉਹ ਜਿਹੜੀ ਸਰਕਾਰੀ ਮਸ਼ੀਨ ਹੈ ਉਹਨੂੰ ਇਹ ਮੰਨਦੇ ਨਹੀਂ ਹੈਗੇ। ਅੱਛਾ, ਆੜ੍ਹਤੀਏ ਮਤਲਬ ਮੰਨਦੇ ਨਹੀਂ ਮੰਨਦੇ। ਉਹਨਾਂ ਮੋਚਰ ਭਾਵੇਂ ਜੇ ਉੱਥੇ ਮੰਨ ਲਾ 17 ਹੈ, ਇਹਨਾਂ ਦਾ 20 ਆਊਗਾ, ਉਹਨੂੰ ਕਹਿਣਗੇ ਉਹ ਬਿਲਕੁਲ ਬੇਕਾਰ ਹੈ। ਫਿਰ ਉੱਥੇ ਜਿਹੜੀ ਸਰਕਾਰੀ ਬੈਠੇ ਆ ਉਹ ਕਾਹਦੇ ਵਾਸਤੇ ਬੈਠੇ ਆ? ਮਤਲਬ ਸਰਕਾਰ ਨੂੰ ਹੀ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਨੂੰ ਇਹ ਸਵਾਲਾਂ ਦੇ ਕਟਹਿਰੇ ਦੇ ਵਿੱਚ ਖੜਾ ਕਰ ਦਿੰਦੇ ਨੇ। ਬਿਲਕੁਲ ਜੀ, ਜਦੋਂ ਸਰਕਾਰ ਨੇ ਉੱਥੇ ਪਾਇਆ ਜਾਂ ਤਾਂ ਉਹਨੂੰ ਮੰਨਣ ਜਾਂ ਇਹਨਾਂ ਨੂੰ ਮੰਨਣ, ਜਾਂ ਇਹ ਜਿਹੜੀ ਇਹ ਰੱਖਦੇ ਆ ਮਸ਼ੀਨ ਇਹਨਾਂ ਨੂੰ ਮੰਨਣ, ਕਿਉਂ ਉਹਦੇ ਆਧਾਰ ਤੇ ਸਾਨੂੰ ਇਹ 3-3 ਕਿਲੋ 4-4 ਕਿਲੋ ਵੀ ਕੱਟ ਲਾ ਦਿੰਦੇ ਆ ਜੀਰੀ ਦੇ ਵਿੱਚ। ਅਜੇ ਚਲੋ ਕਣਕ ਦਾ ਤਾਂ ਠੀਕ ਆ, ਕਣਕ ਦਾ ਕਿਉਂਕਿ ਹੁਣ ਗਰਮੀਆਂ ਦਾ ਮੌਸਮ ਹੈ, ਅਗਲਾ 4 ਦਿਨ ਹੋਰ
ਖੜਾ ਲੈਂਦਾ ਕਿਉਂਕਿ ਗਰਮੀ 'ਚ ਪੱਕਣੀ ਹੀ ਪੱਕਣੀ ਹੈ। ਤੇ ਜੀਰੀ ਦਾ ਇਹ ਹੁੰਦਾ ਜੇ 4 ਦਿਨ ਹੋਰ ਖੜਾਉਂਦਾ ਤਾਂ ਅੱਗੋਂ ਠੰਡ ਪੈਂਦੀ ਹੈ, ਉਹ ਜਮਾਂ ਹੀ ਨਹੀਂ ਪੱਕਦੀ, ਬੂਝੇ 'ਚ ਬਣ ਜਾਂਦੇ ਆ। ਅੱਛਾ, ਤੁਸੀਂ ਕਣਕ ਦੀ ਗੱਲ ਕਰੀਏ, ਤਕਰੀਬਨ 4 ਘੰਟੇ ਦੇ ਕਰੀਬ ਤੁਹਾਨੂੰ ਮੰਡੀ ਦੇ ਵਿੱਚ ਹੋਏ ਨੇ। ਇੰਨੀ ਛੇਤੀ ਤੁਹਾਡੀ ਜਿਹੜੀ ਤੁਲ ਚੁੱਕੀ ਆ। ਹਾਂਜੀ ਬਿਲਕੁਲ ਜੀ, ਬਿਲਕੁਲ। ਸਰਕਾਰ ਵੱਲੋਂ ਵੀ ਵੱਡੇ ਦਾਅਵੇ ਕੀਤੇ ਗਏ ਸੀ ਕਿ ਅਸੀਂ ਚੱਕਾਂਗੇ। ਖੁਸ਼ ਹੋ ਸਰਕਾਰ ਦੇ ਦਾਅਵਿਆਂ ਤੋਂ ਤੇ ਪ੍ਰਬੰਧਾਂ ਤੋਂ? ਇਹਦੇ ਤੇ ਅਸੀਂ ਖੁਸ਼ ਹਾਂ। ਬਾਕੀ ਅੱਗੇ ਜਦੋਂ ਜੀਰੀ ਆਊਗੀ ਫੇਰ ਪਤਾ ਲੱਗੂਗਾ। ਇਹਦੇ ਤੇ ਠੀਕ ਹੈ, ਇਹ ਤਾਂ ਹੁਣ ਸਾਡੀ ਪੱਕੀ ਹੈ ਫਸਲ, ਸਾਨੂੰ ਪਤਾ ਵੀ ਅਸੀਂ ਪਕਾ ਕੇ ਲਿਆਏ ਆ। ਅਸੀਂ ਇੱਥੇ 4 ਦਿਨ ਪਹਿਲੋਂ ਵੱਢਣੀ ਸੀ, 4 ਦਿਨ ਬਾਅਦ ਵਿੱਚ ਵੱਢੀ ਹੈ ਵੀ ਕੋਈ ਨਮੀ ਨਾ ਰਹਿ ਜੇ, ਕਿਉਂ ਉੱਥੇ ਜਾ ਕੇ ਫਿਰ ਸਾਡੇ ਖਿਲਾਰਨ ਇੱਕ ਤਾਂ ਸਾਡਾ ਆਪਣੀ ਫਸਲ ਘਟਦੀ ਹੈ ਕਿਉਂਕਿ ਸੁੱਕਦੀ ਹੈ ਘਟਦੀ ਹੈ। ਜੇ ਉੱਥੇ ਪੱਕੂਗੀ ਤੇ 4 ਦਿਨ ਵਧਣਗੇ ਹੀ, ਇੱਥੇ ਆਣ ਕੇ ਸੁੱਕਦੀ ਵੀ ਹੈ ਖਿੱਲਰਦੀ ਵੀ ਹੈ, ਫਿਰ ਅੱਧੀ ਬੇਕਾਰ ਜਾਂਦੀ ਹੈ। ਇਸ ਕਰਕੇ ਅਸੀਂ ਪਕਾ ਕੇ ਲਿਆਏ ਆ ਜੀ। ਅੱਛਾ ਬਾਪੂ ਜੀ, ਜਦੋਂ ਕਿਸਾਨ ਖੇਤਾਂ ਦਾ ਰਾਜਾ ਜਿਵੇਂ ਕਿਹਾ ਜਾਂਦਾ ਹੈ, ਮੰਡੀਆਂ ਦੇ ਵਿੱਚ ਆਉਂਦਾ ਹੈ, ਪੇਮੈਂਟ ਦਾ ਬੜਾ ਰੌਲਾ ਪੈ ਜਾਂਦਾ ਬਾਅਦ ਦੇ ਵਿੱਚ ਆ ਕੇ। ਆੜਤੀਆਂ ਨਾਲ ਤੁਹਾਡੇ ਸਾਥੀਆਂ ਨਾਲ ਗੱਲ ਹੋਈ ਹੋਣੀ, ਆੜਤੀਆਂ ਨਾਲ ਪੇਮੈਂਟ ਦੀ ਕਿੰਨੀ ਦੇਰ ਦੇ ਵਿੱਚ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਤੁਹਾਡੀ ਫਸਲ ਦੀ ਅਦਾਇਗੀ ਜਿਹੜੀ ਆ ਤੁਹਾਨੂੰ ਕਰ ਦਿੱਤੀ ਜਾਊ? ਵੈਸੇ ਸਾਡੀ ਗੱਲ ਤਾਂ ਅਜੇ ਕੋਈ ਨਹੀਂ, ਉਹਦੇ ਨਾਲ ਆੜਤੀਆਂ ਨਾਲ ਕੋਈ ਗੱਲ ਨਹੀਂ ਹੋਈ। ਵੈਸੇ ਦੱਸ ਰਿਹਾ ਵੀ 2 ਦਿਨ ਵਿੱਚ ਇੱਕ, ਹੁਣ ਤਾਂ ਇਹ 24 ਘੰਟੇ 'ਚ ਕਹਿੰਦੇ ਆ, 24 ਘੰਟੇ ਤਾਂ ਨਹੀਂ, ਅਸੀਂ ਚਲੋ 48 ਘੰਟੇ 'ਚ ਵੀ ਆ ਜਾਏ ਸਾਡੀ, ਅਸੀਂ ਤਾਂ ਵੀ ਖੁਸ਼ ਹਾਂ। 24 ਘੰਟੇ ਕਰ ਰਹੇ, 48 ਘੰਟੇ 'ਚ ਵੀ ਆ ਜਾਏ ਤੇ ਖੁਸ਼ ਹਾਂ ਅਸੀਂ। ਬਾਕੀ ਅਸੀਂ ਅਜੇ ਕੋਈ ਆੜਤੀ ਨਾਲ ਗੱਲ ਨਹੀਂ ਕਰੀ। ਅਸੀਂ ਤਾਂ ਅੱਜ ਲਿਆਂਦੀ ਸੀ, ਦੁਪਹਿਰਾਂ ਨੂੰ ਲਿਆਂਦੀ, 1 ਵਜੇ ਲਿਆਂਦੀ ਸੀ, 12-1 ਵਜੇ। ਹੁਣ ਉਹ ਸੁੱਕੀ ਸੀ, ਉਹ ਤੋਲ ਰਹੀ ਹੈ। ਇੱਕ ਇਹਨਾਂ ਦਾ ਇਹ ਵੀ ਹੁੰਦਾ, ਫੜਦਾ ਵੀ ਹੁੰਦਾ, ਜਿਹਦੇ ਕੋਲ ਮਾਲ ਥੋੜਾ ਜ਼ਿਆਦਾ ਆ ਜਾਂਦਾ ਉਹ ਥੋੜਾ ਜਿਹਾ ਲੇਟ ਵੀ ਕਰਦਾ ਕਿਉਂਕਿ ਮਾਲ ਜ਼ਿਆਦਾ ਹੁੰਦਾ, ਕੁਝ ਗਿੱਲਾ ਹੁੰਦਾ, ਕੁਝ ਸੁੱਕਾ ਹੁੰਦਾ, ਉਹਨੂੰ ਫਿਰ ਖਿਲਾਰਦਾ ਵੀ ਹੈ। ਉਹ ਇਕੱਠੀ ਕਰਕੇ ਫਿਰ ਲੇਬਰ ਦੀ ਵੀ ਥੋੜੀ ਹੋ ਜਾਂਦੀ ਹੈ। ਲੇਬਰ ਕਰਕੇ ਵੀ ਜਿਹਦੇ ਕੋਲ ਜ਼ਿਆਦਾ ਲੇਬਰ ਉਹ ਆਪਣਾ ਛੇਤੀ ਕੰਮ ਨਿਬੇੜ ਦਿੰਦਾ ਹੈ, ਜਿਹਦੇ ਕੋਲ ਲੇਬਰ ਘੱਟ ਹੈ ਉਹ ਥੋੜਾ ਜਿਹਾ ਲੇਟ ਕਰਦਾ। ਇਸ ਕਰਕੇ ਸਾਨੂੰ ਕੋਈ ਦਿੱਕਤ ਨਹੀਂ ਆ ਰਹੀ, ਅਸੀਂ ਬਿਲਕੁਲ ਖੁਸ਼ ਹਾਂ। ਇੱਥੇ ਊਂ ਹੀ ਚਲੋ ਪਾਣੀ ਪੂਣੀ ਦਾ ਵੀ ਪ੍ਰਬੰਧ ਹੈਗਾ, ਚਾਹ ਪਾਣੀ ਦਾ ਵੀ ਹੈਗਾ ਕਿਉਂਕਿ ਕੰਟੀਨਾਂ ਹੈਗੀਆਂ 1-2, ਆਪਣਾ ਆਰਾਮ ਨਾਲ ਆਦਮੀ। ਪਹਿਲੀ ਗੱਲ ਤਾਂ ਇੰਨੀ ਸਾਨੂੰ ਜ਼ਰੂਰਤ ਹੀ ਨਹੀਂ ਪੈਂਦੀ ਰਾਤ ਰਹਿਣ ਦੀ, ਤੇ ਕਣਕ ਤੇ ਕੋਈ ਮਤਲਬ ਹੀ ਨਹੀਂ ਰਾਤ ਰਹਿਣ ਦਾ। ਜੀਰੀ 'ਚ ਅਜੇ ਹੈਗਾ 1 ਦਿਨ ਦੇ 2 ਦਿਨ ਵੀ 3 ਦਿਨ ਵੀ ਲੱਗ ਜਾਂਦੇ ਕਈ ਵਾਰ ਜੇ ਜ਼ਿਆਦਾ ਗਿੱਲੀ ਹੋਏ ਤੇ। ਹਾਂਜੀ ਹਾਂਜੀ। ਸੋ ਅੱਗੇ ਆਪਣੀ ਗੱਲਬਾਤ ਦਾ ਸਿਲਸਿਲਾ ਵਧਾਉਣੇ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਨਾਮ ਹੈ ਜੀ? ਲਖਵਿੰਦਰ ਸਿੰਘ ਜੀ। ਬਾਈ ਫਸਲ ਕਦੋਂ ਲੈ ਕੇ ਪਹੁੰਚੇ ਸੀ ਤੁਸੀਂ ਇੱਥੇ? ਅਸੀਂ ਆਏ ਸੀ ਤਕਰੀਬਨ 3 ਵਜੇ ਜੀ। ਅੱਜ ਆਏ ਸੀ? ਜੀ ਹਾਂਜੀ। ਤੇ ਸਾਡੀ ਫਸਲ ਸੁੱਕੀ ਹੈ ਜੀ, ਤੇ ਹੁਣ ਆਪਣਾ ਹੋਰ ਘੰਟੇ ਕੁ ਨੂੰ ਸਾਡੀ ਇਹਨਾਂ ਨੇ ਭਰਾਈ ਸ਼ੁਰੂ ਕਰ ਦੇਣੀ ਜੀ। ਅੱਛਾ। ਜਿਹੜੀ ਸੁੱਕੀ ਫਸਲ ਹੈ ਉਹਨੂੰ ਉਰੇ ਕੋਈ ਪ੍ਰੋਬਲਮ ਨਹੀਂ ਹੈ ਜੀ। ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਜ਼ਿਮੀਂਦਾਰਾਂ ਨੂੰ ਵੀ ਬਈ 1-2 ਦਿਨ ਦਾ ਲਾਲਚ ਨਾ ਕਰੋ, ਆਪਣਾ ਸੁੱਕੀ ਫਸਲ ਆਪਣਾ ਘਰ ਲੈ ਕੇ ਆਓ, ਤੇ ਉਰੇ ਪਰੇਸ਼ਾਨੀ ਦਾ ਫਿਰ ਤੁਹਾਨੂੰ ਨਹੀਂ ਉਠਾਣੀ ਪੈਣੀ। ਸਰਕਾਰ ਵੱਲੋਂ ਬਾਈ ਜੀ ਕਿਹਾ ਜਾ ਰਿਹਾ ਕਿ ਕਿਸਾਨਾਂ ਦੇ ਮੰਡੀਆਂ ਦੇ ਵਿੱਚ ਰੁਲਣ ਦੇ ਜਿਹੜੇ ਦਿਨ ਨੇ ਹੁਣ ਉਹ ਖਤਮ ਹੋ ਚੁੱਕੇ ਨੇ। ਕਿਸਾਨਾਂ ਦੀ ਫਸਲ ਦਾ ਇੱਕ ਕੀਮਤੀ ਦਾਣਾ ਜਿਹੜਾ ਪੰਜਾਬ ਸਰਕਾਰ ਚੱਕੂਗੀ। ਤੁਸੀਂ ਮੰਡੀ ਦੇ ਵਿੱਚ ਆਏ ਹੋ, ਹੋਰ ਕਿਸਾਨਾਂ ਦੇ ਨਾਲ ਵੀ ਗੱਲਬਾਤ ਹੋਈ ਹੋਊਗੀ, ਆਪਣੀ ਮਿਹਨਤ ਲੈ ਕੇ ਆਏ ਹੋ। ਪ੍ਰਬੰਧਾਂ ਤੋਂ ਖੁਸ਼ ਹੋ? ਸਰਕਾਰ ਦੇ ਦਾਅਵਿਆਂ ਤੋਂ ਖੁਸ਼ ਹੋ? ਨਹੀਂ, ਪ੍ਰਬੰਧ ਠੀਕ ਹੈ ਜੀ। ਦੇਖੋ ਸਾਰਾ ਕੁਝ ਠੀਕ ਹੈ, ਛਾਂ ਦਾ ਵੀ ਬੈਠਣ ਦਾ ਵੀ ਵਧੀਆ ਪ੍ਰੋਗਰਾਮ ਹੈ, ਚਾਹ ਪਾਣੀ ਦਾ ਵੀ ਠੀਕ ਹੈ ਜੀ। ਪਰ ਥੋੜਾ ਜਿਹਾ ਉਰੇ ਜਿਹੜੀ ਪ੍ਰੋਬਲਮ ਆਣੀ ਹੈ ਜੀ ਅੱਗੇ, ਹਜੇ ਤਾਂ ਦੇਖੋ ਹਜੇ 12 ਤਰੀਕ ਹੈ ਜੀ, ਹਜੇ ਕੰਮ ਸ਼ੁਰੂ ਹੋਇਆ, ਹਜੇ 25% ਲਾਓ ਤੁਸੀਂ, 25% ਵੀ ਮੇਰੇ ਖਿਆਲ ਨਹੀਂ ਸ਼ਾਇਦ ਘੱਟ ਆਈ ਜੀ। ਤੁਸੀਂ 10 ਦਿਨਾਂ ਨੂੰ ਹੋਰ ਦੇਖਿਓ, ਉਰੇ ਮਤਲਬ ਟਰੈਕਟਰ ਖੜੀ ਕਰਨ ਨੂੰ ਵੀ ਜਗ੍ਹਾ ਨਹੀਂ ਰਹਿਣਾ ਜੀ। ਤੇ ਕਿਤੇ ਢੇਰੀ ਆ ਜਾਵੇ, ਸਾਹਮਣੇ ਢੇਰੀ ਪਈ ਆ, ਫੁੱਲਣੀ ਪੈਣੀ ਜੀ ਇਹ ਤਾਂ। ਇਹ ਮਤਲਬ ਇਸ ਤਰ੍ਹਾਂ ਦੇ 5-7 ਢੇਰੀਆਂ ਆ ਗਈਆਂ ਤਾਂ ਇਕੱਲੇ ਅੱਜ ਕੱਲ੍ਹ ਬਹੁਤ ਜਗ੍ਹਾ ਦੀ ਬਹੁਤ ਪ੍ਰੋਬਲਮ ਆ ਜਾਂਦੀ ਉਰੇ, ਤੇ ਫਿਰ ਕਈ ਵਾਰੀ ਉਹਦੇ ਖੜਨਾ ਪੈ ਜਾਂਦਾ ਜੀ। ਇਹ ਥੋੜਾ ਜਿਹਾ ਦਿੱਕਤਾਂ ਬਾਈ ਜੀ, ਕਿਸ ਤਰ੍ਹਾਂ ਦੀਆਂ ਦਿੱਕਤਾਂ ਜਿਹੜੀਆਂ ਨੇ ਤੁਸੀਂ, ਕਿਉਂਕਿ ਅੱਗੇ ਵੀ ਫਸਲ ਲੈ ਕੇ ਆਉਂਦੇ ਹੁੰਦੇ ਹੋ ਇਸ ਮੰਡੀ ਦੇ ਵਿੱਚ, ਕਿਸ ਤਰ੍ਹਾਂ ਦੀਆਂ ਦਿੱਕਤਾਂ ਪਹਿਲਾਂ ਪਿਛਲੇ ਸਾਲਾਂ ਦੇ ਵਿੱਚ ਤੁਹਾਨੂੰ ਪੇਸ਼ ਕਰਨੀਆਂ ਪੈਂਦੀਆਂ ਸੀ ਜਿਹੜੀਆਂ ਇਸ ਵਾਰ ਤੁਹਾਨੂੰ ਲੱਗਦਾ ਹੈ ਕਿ ਕੁਝ ਹੱਦ ਤੱਕ ਜਿਹੜੀਆਂ ਨੇ ਸਰਕਾਰ ਵੱਲੋਂ ਕੰਟਰੋਲ ਕੀਤੀਆਂ ਗਈਆਂ? ਨਹੀਂ, ਫਰਕ ਹੈ ਜੀ, ਪਹਿਲਾਂ ਨਾਲ ਤਾਂ ਬਹੁਤ ਫਰਕ ਹੈ ਜੀ। ਪਰੇਸ਼ਾਨੀ ਤਾਂ ਹੁਣ ਸਾਨੂੰ ਦਿਖ ਰਿਹਾ ਵੀ ਹੁਣ ਕੋਈ ਇਹੋ ਜਿਹੀ ਗੱਲਬਾਤ ਨਹੀਂ ਹੈ ਜੀ। ਬਾਕੀ ਦੇਖੋ ਜ਼ਿਮੀਂਦਾਰ ਤੇ ਡਿਪੈਂਡ ਕਰਦਾ ਜੀ ਇਹ, ਤੇ ਜ਼ਿਮੀਂਦਾਰ ਤੇ ਆਪਣਾ ਸੁੱਕੀ ਫਸਲ ਲਿਆ ਵੀ ਅਸੀਂ ਤਾਂ ਬਾਰ-ਬਾਰ ਇਹੀ ਕਹਿੰਦੇ ਆ, ਤੇ ਮੰਡੀ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਣੀ ਜੀ। ਅੱਛਾ ਬਾਈ, ਕਿਸਾਨ ਅੰਦੋਲਨ ਚੱਲਿਆ 1.5 ਸਾਲ ਦੇ ਕਰੀਬ, ਲੰਮਾ ਸਮਾਂ, ਕਿੰਨੀਆਂ ਕੁਰਬਾਨੀਆਂ ਹੋਈਆਂ, ਕਿਸਾਨਾਂ ਨੇ ਕਾਨੂੰਨ ਰੱਦ ਕਰਵਾਏ, ਪਰ ਫਿਰ ਵੀ ਵੀਡੀਓ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਆ ਰਹੀਆਂ ਨੇ ਜਿਹਦੇ ਵਿੱਚ ਆਪਣੇ ਹੀ ਕਿਸਾਨ ਭਰਾ ਜਿਹੜੇ ਨੇ ਕਾਰਪੋਰੇਟਿਵ ਘਰਾਣਿਆਂ ਦੇ ਵੱਡੇ ਸੈਲਰਾਂ ਦੇ ਵਿੱਚ ਆਪਣੀ ਫਸਲ ਲੈ ਕੇ ਜਾ ਰਹੇ ਨੇ, ਕੀ ਕਹੋਗੇ? ਇਹਦੇ ਵਿੱਚ ਵੀ ਕਈ ਹੋ ਜਾਂਦਾ ਜੀ। ਦੇਖੋ ਜੀ, ਇਹ ਕਿਸੇ ਨੂੰ ਜਿਸ ਤਰ੍ਹਾਂ ਉਧਰ ਕੋਈ ਜ਼ਿਆਦਾ ਠੀਕ ਲੱਗਦਾ ਜੀ, ਕਿਸੇ ਦੇ ਜ਼ਿਮੀਂਦਾਰ ਨਾਲ ਉਹਦੇ ਆੜਤੀ ਨਾਲ ਸਹੀ ਲਿੰਕ ਨਹੀਂ ਹੈ ਜੀ ਉਹਦੇ ਜੀ। ਪਰ ਸਾਡਾ ਇੱਕ ਦੇਖੋ ਪਿੱਛੇ ਜੇ ਅਸੀਂ ਇੱਕ ਹੋਰ ਕਹਿਣਾ ਚਾਹੁੰਦੇ ਹਾਂ, ਪਿਛਲੀ ਸਰਕਾਰ ਖਤਮ ਕਰਨ ਲੱਗੀ ਸੀ ਜ਼ਿਮੀਂਦਾਰਾਂ ਦਾ ਵੀ ਸਿੱਧੀ ਕਿਸ਼ਤ ਤੁਹਾਡੇ ਖਾਤਿਆਂ 'ਚ ਪਊਗੀ ਆਪਣਾ ਪੇਮੈਂਟ। ਦੇਖੋ ਜੀ, ਇੱਕ ਜਿਹੜਾ ਜ਼ਿਮੀਂਦਾਰ ਦਾ ਤੇ ਆੜਤੀ ਦਾ ਰਿਸ਼ਤਾ ਨਾ ਜੀ, ਇਹ 9 ਮਾਸ ਦਾ ਰਿਸ਼ਤਾ। ਇਹ ਸਾਨੂੰ ਅੱਧੀ ਰਾਤ ਨੂੰ ਪੈਸੇ ਦੀ ਲੋੜ ਪੈਂਦੀ ਹੈ ਜੀ, ਸਾਨੂੰ ਕਿਸੇ ਪਾਸੇ ਪੈਸੇ ਨਹੀਂ ਮਿਲਦੇ। ਅਸੀਂ ਆੜਤੀ ਤੋਂ 20-50 ਹਜ਼ਾਰ ਲੱਖ ਖੰਡ ਆਪਣੀ ਲੋੜ ਮੁਤਾਬਕ ਲੈ ਸਕਦੇ ਜੀ।
ਤੇ ਜਿਹੜੇ ਹੁਣ ਬੜੇ ਘਰਾਣੇ ਤੁਸੀਂ ਗੱਲ ਕਰਦੇ ਆ ਜੀ, ਉਹ ਤਾਂ ਸਾਨੂੰ ਜਾਣਦੇ ਤੱਕ ਨਹੀਂ ਜੀ। ਉਹ ਅਸੀਂ ਉਹਨਾਂ ਕੋਲ ਫਸਲ ਲੈ ਕੇ ਜਾਵਾਂਗੇ ਤਾਂ ਜਿੰਨੀ ਸਾਡੀ ਫਸਲ ਉਨੇ ਸਾਨੂੰ ਪੈਸੇ ਦੇ ਦੇਣਗੇ ਜੀ। ਉਹ ਅਸੀਂ ਉਹਨਾਂ ਨੂੰ ਕਹੀਏ ਸਾਨੂੰ ਤੁਸੀਂ ਐਡਵਾਂਸ ਦਿਓ ਪੈਸੇ, ਤਾਂ ਸਾਨੂੰ ਉਹਨਾਂ ਨੂੰ ਐਡਵਾਂਸ ਥੋੜੀ ਦੇਣੇ ਜੀ ਇਹ। ਤੇ ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਦੇਖੋ ਜਿਹੜਾ ਆੜਤੀ ਦਾ ਤੇ ਜ਼ਿਮੀਂਦਾਰ ਦਾ ਰਿਸ਼ਤਾ ਨਾ ਜੀ, ਇਹ 9 ਮਾਸ ਦਾ ਰਿਸ਼ਤਾ ਇਹ ਕਾਇਮ ਰਹਿਣਾ ਚਾਹੀਦਾ। ਮਤਲਬ ਇਹਨੂੰ ਗੌਰਮੈਂਟ ਨੂੰ ਇਹਦੇ ਵਿੱਚ ਜਿਵੇਂ ਪਿੱਛੇ ਜੇ ਅਸੀਂ ਸੁਣਨ ਵਿੱਚ ਆਇਆ ਸੀਗਾ ਵੀ ਸਿੱਧਾ ਪੇਮੈਂਟਾਂ ਪੈਣਗੇ ਵਿੱਚੋਂ ਇਹਨਾਂ ਨੂੰ ਖਤਮ ਕੀਤਾ ਜਾਊਗਾ ਇਹਨਾਂ ਦੀ, ਉਹ ਅਸੀਂ ਇਸ ਚੀਜ਼ ਨਾਲ ਸਹਿਮਤ ਨਹੀਂ ਜੀ। ਅਸੀਂ ਜਿਵੇਂ ਦੀ ਆੜਤੀਆਂ ਦੇ ਨਾਲ ਹੀ ਸਹਿਮਤ ਹੈ ਜੀ। ਅਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਤੁਹਾਡੇ ਵਰਗੇ ਹੀ ਹੋਰ ਕਿਸਾਨ ਭਰਾ ਜਿਹੜੇ ਨੇ ਉਹਨਾਂ ਦੇ ਸੈਲਰਾਂ ਦੇ ਵਿੱਚ ਵੱਡੇ ਸੈਲਰਾਂ ਦੇ ਵਿੱਚ ਜਾ ਕੇ ਆਪਣੀ ਫਸਲ ਵੇਚ ਰਹੇ ਨੇ ਕੁਝ ਪੈਸਿਆਂ ਦੇ ਵੱਧ ਲੈਣ ਦੇ ਚੱਕਰ ਦੇ ਵਿੱਚ? ਦੇਖੋ ਜੀ ਅਸੀਂ ਤਾਂ ਇਹੀ ਕਹਿੰਦੇ ਆ ਵੀ ਉਹਨਾਂ ਨੂੰ ਨਹੀਂ, ਚਲੋ ਇਸ ਤਰ੍ਹਾਂ ਕਰਨਾ ਚਾਹੀਦਾ ਜੀ। ਜਾਂ ਉਹਨਾਂ ਦੀ ਕੋਈ ਮਜਬੂਰੀ ਲਾ ਲਓ ਜੀ, ਕਿਸੇ ਵੀ ਤਰ੍ਹਾਂ ਦੀ ਹਰੇਕ ਇਨਸਾਨ ਦੀ ਜੇ ਕੋਈ ਕਿਸੇ ਪਾਸੇ ਜਾਂਦਾ ਉਹਦੀ ਕੋਈ ਮਜਬੂਰੀ ਹੁੰਦੀ ਹੈ ਜੀ। ਬਾਕੀ ਅਸੀਂ ਤਾਂ ਇਹੀ ਕਹਿੰਦੇ ਆ ਵੀ ਆੜਤੀਆਂ ਤੱਕ ਹੀ ਸੀਮਿਤ ਰਹੇ ਦਾ ਕੰਮ ਠੀਕ ਹੈ ਜੀ। ਵਧੀਆ ਕੰਮ ਕਰ ਇਹਨਾਂ ਦਾ ਸਾਰਾ, ਅਸੀਂ ਇਹਨਾਂ ਨਾਲ ਖੁਸ਼ ਹੈ ਜੀ ਹਰੇਕ ਪਾਸੇ ਨੂੰ, ਮਤਲਬ ਠੀਕ ਹੈ ਜੀ। ਸੋ ਆੜਤੀਆਂ ਦਾ ਤੇ ਕਿਸਾਨਾਂ ਦਾ 9 ਮਾਸ ਦਾ ਰਿਸ਼ਤਾ ਹੈ ਜਿਹੜਾ ਕਿਸਾਨਾਂ ਦੇ ਕਹਿਣ ਮੁਤਾਬਕ ਸ਼ੁਰੂ ਤੋਂ ਬਣਿਆ ਹੋਇਆ ਤੇ ਉਹ ਅੱਗੇ ਵੀ ਕਾਇਮ ਰਹਿਣਾ ਚਾਹੀਦਾ। ਸਾਡੇ ਨਾਲ ਇੱਕ ਨੌਜਵਾਨ ਜੀ ਬਾਪੂ ਜੀ। 1 ਮਿੰਟ ਮੇਰੀ ਛੋਟੀ ਜਿਹੀ ਰਿਕੁਐਸਟ ਹੈ। ਜਿਵੇਂ ਹੁਣ ਮੋਦੀ ਸਰਕਾਰ ਕਹਿ ਰਹੀ ਹੈ ਵੀ ਕੋਈ ਫਸਲ ਕਿਤੇ ਵੀ ਜਾ ਕੇ ਵੇਚ ਸਕਦਾ, ਤੇ ਹਰਿਆਣੇ ਦੇ ਪੰਜਾਬ ਵਿੱਚ ਕਿਉਂ ਨਹੀਂ ਵੇਚ ਸਕਦੇ ਕਣਕ? ਯੂਪੀ ਦੇ ਪੰਜਾਬ ਵਿੱਚ ਕਿਉਂ ਨਹੀਂ ਵੇਚ ਸਕਦੇ? ਹਰਿਆਣੇ 'ਚ ਕਿਉਂ ਨਹੀਂ ਵੇਚ ਸਕਦੇ? ਫਿਰ ਇੱਕ ਫਸਲ ਉਹ ਕੀ ਗੱਲ ਹੋਈ ਜੇ ਵੀ ਕਿਤੇ ਵੀ ਲਿਜਾ ਕੇ ਵੇਚ, ਜਿੱਥੇ ਰੇਟ ਠੀਕ ਮਿਲਦਾ। ਯੂਪੀ 'ਚ ਹੁਣ 1500 ਨੂੰ 1000 ਨੂੰ ਚੱਕ ਰਿਹਾ, 2000 ਨੂੰ, ਇੱਥੇ 2000 ਨੂੰ ਚੱਕ ਰਿਹਾ। ਅਗਲਾ ਕਹਿੰਦਾ ਚਲੋ ਉੱਥੇ ਵੇਚਨੇ ਆ ਕਿ 500-400 ਕਿਰਾਇਆ ਹੀ ਲੱਗ ਜੂਗਾ। ਇਹ ਤਾਂ ਬਿਲਕੁਲ ਬਕਵਾਸਬਾਜ਼ੀ ਇਹਨਾਂ ਦੀ। ਜੇ ਇੱਕੋ ਹੀ ਰੇਟ ਆ ਉਹੀ ਹੈ ਤੇ ਉੱਥੇ ਵੀ ਉਹਨਾਂ ਨੂੰ ਵੀ ਦਿਓ MSP, ਉਹ ਵੀ ਉੱਥੇ ਆਪਣੇ 2000 ਦੇ ਵੇਚਣ। ਰੇਟਾਂ ਦਾ ਉਹੀ ਨਾ। ਜੇ ਹੁਣ ਉਹ ਕਹਿੰਦੇ ਵੀ ਕਿਤੇ ਵੀ ਜਾ ਕੇ ਵੇਚ ਸਕਦਾ ਕੋਈ। ਜੇ ਹੁਣ ਸਾਨੂੰ ਇੱਥੇ ਠੀਕ ਨਹੀਂ ਲੱਗਦਾ, ਜੇ ਸਾਡਾ ਬਿਹਾਰ 'ਚ ਜਾ ਕੇ 4000 ਨੂੰ ਲੱਗਦੀ ਸੀ, ਉੱਥੇ ਲੈ ਜਾਾਂਗੇ ਗੱਡੀ ਭਰ ਕੇ, ਉੱਥੇ ਵੇਚਾਂਗੇ। ਅਗਰ ਉਹ ਇੱਥੇ ਆ ਰਹੇ ਨੇ ਤੇ ਫਿਰ ਕੀ ਮਾੜਾ ਹੈ? ਗੱਲ ਇਹੀ ਮਤਲਬ ਤੁਸੀਂ ਕਹਿ ਰਹੇ ਹੋ ਜੋ MSP ਦੀ ਗਰੰਟੀ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਦੇ ਸੰਘਰਸ਼ ਵੇਲੇ ਕਿਹਾ ਗਿਆ ਸੀ ਉਹਨੂੰ ਲਾਗੂ ਕਰਨਾ ਚਾਹੀਦਾ ਸਾਰੇ ਦੇਸ਼ ਦੇ ਵਿੱਚ। MSP ਨਹੀਂ ਮਿਲਦੀ ਉਹਨਾਂ ਨੂੰ ਤਾਂ ਹੀ ਇੱਥੇ ਆਉਂਦੇ ਆ ਉਹ। ਅਗਰ ਉਹਨਾਂ ਨੂੰ ਵੀ ਉੱਥੇ 2000 ਦਾ ਮੁੱਲ ਮਿਲੇ ਤੇ ਉਹ ਕਾਹਨੂੰ ਆਉਂਦੇ ਆ? ਇਹ ਜੋ ਹੁਣ ਨਾਕੇ ਲਾ ਰਹੇ ਆ ਵੀ ਉੱਥੇ ਕੋਈ ਹਰਿਆਣੇ ਦਾ ਨਾ ਪੰਜਾਬ ਵਿੱਚ ਵੜੇ, ਕੋਈ ਯੂਪੀ ਦਾ ਨਾ ਪੰਜਾਬ ਵਿੱਚ ਵੜੇ, ਕਿਉਂ ਲਾ ਰਹੇ ਆ? ਉਹ ਫਿਰ ਮੋਦੀ ਸਮਝੇ ਉਹਨਾਂ ਨੂੰ ਵੀ ਉਹ ਜਿਹੜੇ ਉੱਥੋਂ ਇੰਨੀ ਦੂਰੋਂ ਕਿਰਾਇਆ ਲਾ ਕੇ ਆ ਰਹੇ ਆ ਉਹ ਕਾਹਦੇ ਖਾਤਰ ਆ ਰਹੇ ਆ? ਜੇ ਉਹਨਾਂ ਨੂੰ 4 ਰੁਪਏ ਵੱਧ ਮਿਲਦੇ ਨੇ ਤਾਂ ਹੀ ਆ ਰਹੇ ਆ। ਅੱਛਾ, ਮੈਂ ਤੁਹਾਨੂੰ ਇੱਕ ਹੋਰ ਸਵਾਲ ਪੁੱਛਣਾ ਚਾਹੁੰਦਾ। ਖੇਤੀ ਸੰਘਰਸ਼ ਚੱਲਿਆ, ਤੁਸੀਂ ਵਿਚਰੇ ਉਸ ਸੰਘਰਸ਼ ਦੇ ਵਿੱਚ ਬਿਲਕੁਲ ਜੀ। ਤੇ ਪਰ ਫਿਰ ਵੀ ਕਿਸਾਨ ਜਿਹੜੇ ਨੇ, ਜਿੱਦਾਂ ਮੈਂ ਇਹਨਾਂ ਨੂੰ ਪਹਿਲਾਂ ਸਵਾਲ ਕੀਤਾ ਸੀ ਕਿ ਪ੍ਰਾਈਵੇਟ ਘਰਾਣਿਆਂ ਦੇ ਸੈਲਰਾਂ ਦੇ ਵਿੱਚ ਕਿਸਾਨ ਆਪਣੀਆਂ ਫਸਲਾਂ ਲੈ ਕੇ ਜਾ ਰਹੇ ਨੇ, ਕੀ ਕਹਿੰਦੇ ਹੋ? ਬਿਲਕੁਲ ਠੀਕ ਕਰ ਰਹੇ ਆ। ਜੇ ਉਹਨਾਂ ਨੂੰ 2 ਰੁਪਏ ਵੱਧ ਮਿਲਦੇ ਆ ਤੇ ਜਾਣ, ਕਿਉਂ ਨਾ ਜਾਣ? ਫਿਰ ਸੰਘਰਸ਼ ਕਿਉਂ ਕੀਤਾ ਗਿਆ ਸੀ? ਕਿ ਸੰਘਰਸ਼ ਤੇ ਇਸੇ ਕਰਕੇ ਕੀਤਾ ਸੀ ਵੀ ਉਹ ਸਾਡੇ ਖਤਮ ਕਰ ਰਹੇ ਸੀ ਸਾਰਾ ਕੁਝ, ਮੰਡੀਆਂ ਹੀ ਖਤਮ ਕਰ ਰਹੇ ਸੀ। ਮੰਡੀਆਂ ਖਤਮ ਕਰ ਰਹੇ ਸੀ ਨਾ। ਅਗਰ ਉਹ ਆੜਤੀ ਨਾਲ ਉਹਦੀ ਸੈਟੀਸਫਾਈ ਹੈ ਤੇ ਆਪਣਾ ਜਾ ਕੇ 4 ਰੁਪਏ ਵੱਧ ਲੈ ਲੇ, ਉਹਦੇ 'ਚ ਦਿੱਕਤ ਕਿਸੇ ਨੂੰ ਕੀ ਹੈ? ਜੇ ਮੈਂ ਮੰਨ ਲਾ ਸੈਲਰ 'ਚ ਲੈ ਕੇ ਜਾਣਾ, ਜੇ ਮੇਰੀ ਇੱਥੇ 2000 ਨੂੰ ਲੱਗਦੀ, ਉੱਥੇ 2500 ਨੂੰ ਲੱਗਦੀ ਏ, ਤੇ ਆੜਤੀ ਨੂੰ ਕੀ ਦਿੱਕਤ? ਆੜਤੀ ਤਾਂ ਆਪਣੀ ਆੜਤ ਕੱਟਣੀ, ਆੜਤ ਕੱਟ ਲੈ। ਫਿਰ ਤਾਂ ਕਾਰਪੋਰੇਟਿਵ ਸੈਕਟਰ ਇਹ ਵੀ ਕਹਿ ਸਕਦਾ ਕਿ ਦੇਖੋ ਜੀ, ਕਿਸਾਨ ਮੰਡੀਆਂ ਦਾ ਖਹਿੜਾ ਛੱਡ ਕੇ ਸਾਡੇ ਕੋਲ ਆ ਸਕਦਾ। ਖੇਤੀ ਕਾਨੂੰਨ ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਜਾ ਰਿਹਾ ਕਿ ਖੇਤੀ ਕਾਨੂੰਨ ਇਸੇ ਬਹਾਨੇ ਨਾਲ ਦੁਬਾਰਾ ਆ ਸਕਦੇ ਨੇ। ਨਹੀਂ ਜੀ ਨਹੀਂ, ਉਹ ਜਿਹੜਾ ਖੇਤੀ ਕਾਨੂੰਨ ਲਿਆਉਣ ਦਾ ਤਰੀਕਾ ਸੀ ਉਹਨਾਂ ਦਾ ਉਹ ਹੋਰ ਸੀ। ਉਹ ਜ਼ਿਮੀਂਦਾਰਾਂ ਨੂੰ ਪੁੱਛਦੇ, ਜਿੰਨੇ ਵੀ ਜ਼ਿਮੀਂਦਾਰ ਸੀ ਉਹਨਾਂ ਨੂੰ ਪੁੱਛ ਕੇ ਬਣਾਉਂਦੇ ਤਾਂ ਬਹੁਤ ਵਧੀਆ ਵੈਲ ਐਂਡ ਗੁੱਡ ਸੀ। ਉਹਨਾਂ ਦੀ ਕਿਸੇ ਨੇ ਜਾ ਕੇ ਆਬਜੈਕਸ਼ਨ ਕਰਨਾ ਹੀ ਨਹੀਂ ਸੀ ਹੈਗਾ। ਉਹ ਤੇ ਆਪਣੇ ਆਪ ਚੁੱਪ ਕੇ ਦੇ ਉਹਨਾਂ ਬਣਾਤੇ। ਉਹ ਤਾਂ ਸੰਗੀ ਘੁੱਟਣ ਵਾਸਤੇ ਸੀ ਸਾਡੀ। ਆੜਤੀ ਵੀ ਖਤਮ ਕਰ ਰਹੇ ਸੀ ਸਾਡੇ, ਆੜਤੀ ਤਾਂ ਖਤਮ ਹੋ ਜਾਣੇ ਸੀ। ਮੰਡੀਆਂ ਉਹਨਾਂ ਨੇ ਦੂਜੀਆਂ ਲਿਆ ਕੇ ਪ੍ਰਾਈਵੇਟ ਠੋਕ ਦੇਣੀਆਂ ਸੀ ਨਾਲ। ਉਹ ਜਿਵੇਂ ਜੀਓ ਨੇ ਕਰਿਆ ਸੀ, ਜੀਓ ਨੇ ਪਹਿਲੋਂ ਮੋਬਾਈਲ ਫ੍ਰੀ ਕਰਤੇ ਜੀ, ਫ੍ਰੀ ਆ, ਸਭ ਕੁਝ ਫ੍ਰੀ ਆ। ਉਦੋਂ ਬਾਅਦ ਦੂਣੇ ਰੇਟ ਲਾਤੇ ਉਹਨੇ। ਹੁਣ ਕਿਉਂ? ਕਨੈਕਸ਼ਨ ਸਾਰਿਆਂ ਨੇ ਲੈ ਲਏ। ਇਹੀ ਕੰਮ ਇਹਨਾਂ ਨੇ ਕਰਨਾ ਸੀ। ਹੁਣ ਜੇ ਫੇਰ ਸਰਕਾਰ ਨੇ ਕਹਿਤਾ ਕਿ ਚਲੋ ਜੀ, ਕਿਸਾਨ ਜਿਹੜਾ ਅੰਬਾਨੀਆਂ ਅਡਾਨੀਆਂ ਦੇ ਕੋਲ ਖੁਸ਼ ਆ, ਕਾਰਪੋਰੇਟਿਵ ਸੈਕਟਰ ਦੇ ਵਿੱਚ ਖੁਸ਼ ਆ, ਮੰਡੀਆਂ ਖਤਮ ਕਰੋ, ਚਲੋ। ਕੁਛ ਨਹੀਂ ਜੀ, ਉਹਦੇ ਕੋਲ, ਉਹਨਾਂ ਕੋਲ ਤੇ ਖੁਸ਼ ਹੀ ਨਹੀਂ ਹੈਗਾ ਕੋਈ। ਉਹ ਤਾਂ ਹੁਣ ਆਇਆ ਨਾ ਜੀ, ਜਿਵੇਂ ਹੁਣ ਸਾਨੂੰ 4 ਰੁਪਏ ਵੱਧ ਮਿਲਦੇ ਨੇ। ਜਿਵੇਂ ਹੁਣ ਸਬਜ਼ੀ ਵਾਲਾ ਹੈ, ਜੇ ਉਹਨੂੰ ਇੱਥੇ ਨਹੀਂ ਚੰਗੀ ਲੱਗਦੀ ਖੰਨੇ ਲੈ ਜਾਂਦਾ, ਖੰਨੇ ਵਾਲਾ ਨਹੀਂ ਲੱਗਦੀ ਪਟਿਆਲੇ ਲੈ ਜਾਂਦਾ, ਚੰਡੀਗੜ੍ਹ ਲੈ ਜਾਂਦਾ, ਜਿੱਥੇ ਮਰਜ਼ੀ ਲਿਜਾ ਸਕਦਾ। ਇਹਨਾਂ ਨੂੰ ਇਹ ਪੁੱਛੋ, ਗਵਰਨਮੈਂਟ ਨੂੰ ਇਹ ਪੁੱਛੋ ਵੀ ਹਰਿਆਣੇ ਵਾਲੇ ਪੰਜਾਬ ਵਿੱਚ ਕਿਉਂ ਨਹੀਂ ਲਿਆ ਸਕਦੇ? ਜਦੋਂ ਤੁਸੀਂ ਇੱਕ ਰੇਟ ਕੀਤਾ ਵੀ ਕਿਤੇ ਵੀ ਕੋਈ ਮੰਡੀ ਕਿਤੇ ਵੀ ਲਿਜਾ ਸਕਦਾ, ਜਿੱਥੇ ਕੋਈ ਉਹਨੂੰ ਚੰਗਾ ਲੱਗਦਾ ਉੱਥੇ ਜਾ ਕੇ ਵੇਚੇ, ਤੇ ਯੂਪੀ ਵਾਲੇ ਕਿਉਂ ਨਹੀਂ ਆ ਸਕਦੇ? ਉਹਨਾਂ ਨੇ ਕੀ ਕਸੂਰ ਕਰਿਆ ਕਿ ਨਹੀਂ ਜੀ? ਸੋ ਸਾਡੇ ਨਾਲ ਇੱਕ ਹੋਰ ਨੌਜਵਾਨ ਕਿਸਾਨ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਬਾਈ ਕੀ ਨਾਮ? ਨਵਜੋਤ ਸਿੰਘ ਜੀ। ਨਵਜੋਤ ਬਾਈ, ਕਿਵੇਂ ਦੇਖਦੇ ਹੋ ਮੰਡੀ ਦੇ ਵਿੱਚ ਫਸਲ ਲੈ ਕੇ ਆਏ ਹੋ, ਪ੍ਰਬੰਧ ਦੇਖੇ ਨੇ, ਪਹਿਲਾਂ ਵੀ ਫਸਲ ਜਿਹੜੀ ਤੁਸੀਂ ਲੈ ਕੇ ਆਉਂਦੇ ਰਹੇ ਹੋ, ਕਿਸ ਤਰ੍ਹਾਂ ਦੇ ਪ੍ਰਬੰਧ ਦੇਖਦੇ ਹੋ?
ਇਸ ਵਾਰ ਪਹਿਲਾਂ ਨਾਲੋਂ ਵਧੀਆ ਪ੍ਰਬੰਧ ਨੇ ਤੇ ਬਾਕੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕਿਹਾ ਸੀ ਵੀ ਜਲਦੀ ਤੋਂ ਜਲਦੀ ਫਸਲ ਚੱਕੀ ਜਾਊਗੀ ਤੇ 24 ਘੰਟਿਆਂ 'ਚ ਜਿਹੜੀ ਇਸ ਦੇ ਅਦਾਇਗੀ ਕੀਤੀ ਜਾਊਗੀ। ਤੇ ਅਸੀਂ ਸਵੇਰੇ ਲੈ ਕੇ ਆਏ ਸੀ, ਥੋੜੀ ਜੀ ਨਮੀ ਸੀਗੀ ਕਣਕ ਦੇ ਵਿੱਚ ਤੇ 2 ਘੰਟੇ ਧੁੱਪ ਲਵਾ ਕੇ ਉਹਨਾਂ ਨੇ ਭਰਤੀ ਤੇ ਮੈਨੂੰ ਲੱਗਦਾ ਸ਼ਾਇਦ ਜਿਵੇਂ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਉਸ ਤਰ੍ਹਾਂ ਹੀ ਹੋ ਰਿਹਾ ਸਭ ਕੁਛ। ਅੱਛਾ ਬਾਈ, ਝਾੜ ਦਾ ਬੜਾ ਰੌਲਾ ਪੈ ਰਿਹਾ ਕਿ ਝਾੜ ਇਸ ਵਾਰ ਘੱਟ ਆਏ ਨੇ, ਜਿਹੜਾ ਕਿਸਾਨਾਂ ਦੀ ਜਿਹੜਾ ਫਸਲ ਦਾ ਨੁਕਸਾਨ ਹੋਇਆ ਹੈ। ਕਿੰਨੇ ਝਾੜ ਆਏ ਨੇ, ਕੀ ਰੇਸ਼ੋ ਆ ਰਹੀ ਹੈ ਝਾੜ ਦੀ? ਪਿਛਲੀ ਵਾਰ ਪਹਿਲਾਂ ਆਉਂਦੇ ਸੀ 20-22 ਕੁਆਂਟਲ ਦਾ ਕਿੱਲੇ ਦਾ ਝਾੜ ਤੇ ਇਸ ਵਾਰ 14-15 ਕੁਆਂਟਲ ਆ ਰਿਹਾ ਹੈ। ਹਾਂਜੀ, 6-7 ਕੁਆਂਟਲ ਦਾ ਫਰਕ ਪੈ ਰਿਹਾ ਕਿੱਲੇ ਵਿੱਚ। ਕੀ ਮੰਗ ਕਰਦੇ ਹੋ ਕਿ ਜਿਹੜਾ ਸਰਕਾਰ ਝਾੜ ਜਿਹੜਾ ਖਤਮ ਹੋਇਆ ਹੈ ਜਾਂ ਘਟਿਆ ਹੈ, ਕੀ ਮੰਗ ਕਰਦੇ ਹੋ ਉਹਦੇ ਬਾਰੇ ਸਰਕਾਰ? ਜਾਂ ਤਾਂ ਸਰਕਾਰ ਨੂੰ ਇਹੀ ਬੇਨਤੀ ਹੈ ਵੀ ਮੁਆਵਜ਼ਾ ਦਿੱਤਾ ਜਾਵੇ ਤੇ ਜਾਂ ਫਿਰ ਫਸਲ ਦਾ ਰੇਟ ਥੋੜਾ ਹੋਰ ਵਧਾ ਕੇ ਦਿੱਤਾ ਜਾਵੇ। ਫਸਲ ਦਾ ਰੇਟ ਵਧਾਇਆ। ਹਾਂਜੀ, ਤੇ ਆੜਤੀਆਂ ਨੂੰ ਗੱਲ ਹੋਈ ਹੋਣੀ ਪੇਮੈਂਟ ਦੀ, ਕਿਉਂਕਿ ਜਦੋਂ ਮਿਹਨਤ ਦਾ ਮੁੱਲ ਪੈਂਦਾ ਮੰਡੀਆਂ ਦੇ ਵਿੱਚ ਬੈਠਦਾ ਕਿਸਾਨ ਆ ਕੇ ਪਹਿਲਾਂ ਖੇਤਾਂ ਦੇ ਵਿੱਚ ਰਾਖੀ ਕਰਦਾ, ਪੈਸੇ ਲੈਣ ਦੀ ਵਾਰੀ ਆਉਂਦੀ, ਆੜਤੀਆਂ ਨਾਲ ਗੱਲ ਹੋਈ ਹੋਣੀ, ਕਦੋਂ ਤੱਕ ਅਦਾਇਗੀ ਹੋਣ ਦੀ ਇਸ ਦੀ ਉਮੀਦ ਹੈਗੀ ਆ? ਉਹ ਤਾਂ ਕਹਿ ਰਹੇ ਨੇ ਵੀ 24 ਘੰਟੇ ਦੇ ਵਿੱਚ ਜਿਹੜੀ ਫਸਲ ਦੀ ਪੇਮੈਂਟ ਹੈ ਉਹ ਆ ਜਾਊਗੀ ਤੇ ਅਸੀਂ ਕਹਿੰਦੇ ਆ ਵੀ 48 ਘੰਟਿਆਂ ਦੇ ਵਿੱਚ ਵੀ ਆ ਜੇ ਤਾਂ ਬਹੁਤ ਵਧੀਆ। ਹਾਂਜੀ, ਖੁਸ਼ ਹਾਂ। ਸੋ ਨੌਜਵਾਨ ਕਿਸਾਨ ਖੁਸ਼ ਨੇ। ਗੱਲਬਾਤ ਥੋੜੀ ਜੀ ਹੋਰ ਅੱਗੇ ਬਾਈ ਜੀ ਉਹਨਾਂ ਨਾਲ ਵਧਾਉਂਦੇ ਆ। ਬਾਈ ਜੀ, ਕੀ ਕਹੇਂਗੇ ਉਹ ਪ੍ਰਬੰਧ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਜਿਹੜੇ ਨੇ ਕੀਤੇ ਗਏ ਨੇ, ਪੇਮੈਂਟ ਦਾ ਵੀ ਮਸਲਾ ਆ ਜਾਂਦਾ, ਝਾੜ ਵੀ ਇਸ ਵਾਰ ਕਿਹਾ ਜਾ ਰਿਹਾ ਘਟਿਆ। ਝਾੜ ਦੀ ਗੱਲ ਕਰੀਏ ਕਿ ਵਾਕਈ ਘਟਿਆ ਜਾਂ ਸਿਰਫ ਗੱਲਾਂ ਹੀ ਜਿਹੜੀਆਂ ਨੇ ਕੁਝ ਲੋਕਾਂ ਵੱਲੋਂ ਕਹੀਆਂ? ਨਹੀਂ, ਝਾੜ ਦਾ ਫਰਕ ਪਿਆ ਜੀ। ਦੇਖੋ, ਝਾੜ ਦਾ ਫਰਕ ਮੌਸਮ ਕਰਕੇ ਹੋਇਆ ਜੀ। ਇਹ ਮੌਸਮ ਇਸ ਵਾਰ ਬਾਰਿਸ਼ਾਂ ਤੁਹਾਨੂੰ ਪਤਾ ਬਹੁਤ ਜ਼ਿਆਦਾ ਪਈਆਂ ਜੀ ਤੇ ਇਸ ਕਰਕੇ ਜਿਹੜੀ ਕਣਕ ਹੈ ਜੀ ਇਹ ਮਤਲਬ ਬਾਰਿਸ਼ ਜ਼ਿਆਦਾ ਹੋਣ ਕਰਕੇ ਝਾੜ ਫਰਕ ਪੈ ਗਿਆ ਜੀ। ਇਹ ਪਹਿਲਾਂ ਜਿਵੇਂ ਦੱਸਿਆ ਆਪਣਾ 20-22 ਦਾ ਆਉਂਦਾ ਸੀਗਾ, ਇਸ ਵਾਰ ਉਹੀ 12-13 ਦੀ ਐਵਰੇਜ ਆਈ ਹੈ ਜੀ। ਬਿਲਕੁਲ ਅੱਧੋ ਅੱਧ ਦਾ ਹੀ ਫਰਕ ਪਿਆ ਜੀ। ਕਈ ਜਗ੍ਹਾ ਤੇ ਤਾਂ ਮਤਲਬ ਬਹੁਤ 8-9 ਦਾ ਵੀ ਰਹਿ ਗਿਆ ਕਈ ਜਗ੍ਹਾ ਤੇ, ਮਤਲਬ ਇਹੋ ਜਿਹੇ ਹਾਲਾਤ ਹੈ ਜੀ। ਬਾਈ ਜੀ, ਫਿਰ ਨੁਕਸਾਨ ਦੀ ਪੂਰਤੀ ਕਿਵੇਂ ਹੋਊਗੀ? ਕਿਉਂਕਿ ਕਾਫੀ ਪਰਿਵਾਰ, ਜ਼ਿਮੀਂਦਾਰ ਪਰਿਵਾਰ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦਾ ਘਰ ਹੀ ਫਸਲ ਤੋਂ ਚੱਲਣਾ, ਜਦੋਂ ਖੇਤ ਦੇ ਵਿੱਚੋਂ ਫਸਲ ਘਰ ਦੇ ਵਿੱਚ ਆਉਣੀ ਆ ਉਸ ਤੋਂ ਬਾਅਦ ਪੈਸੇ ਮਿਲਣੇ ਨੇ, ਫਿਰ ਇੰਨੇ ਵੱਡੇ ਨੁਕਸਾਨ ਦੀ ਪੂਰਤੀ ਕਿਸ ਤਰ੍ਹਾਂ ਦੇਖਦੇ ਹੋ? ਅਸੀਂ ਤਾਂ ਇਹੀ ਗਵਰਨਮੈਂਟ ਸਰਕਾਰ ਨੂੰ ਕਹਿ ਸਕਦੇ ਹਾਂ ਜੀ ਵੀ ਰੇਟ ਤਾਂ ਵਧਾਇਆ ਜਾਵੇ ਜੀ ਜ਼ਿਮੀਂਦਾਰ ਨੂੰ। ਇਸੇ ਕਰਕੇ ਜ਼ਿਮੀਂਦਾਰ ਤਾਂ ਹੀ ਮਾੜਾ ਮੋਟਾ ਬਚੂਗਾ ਜੀ, ਨਹੀਂ ਤਾਂ ਜ਼ਿਮੀਂਦਾਰ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖੋ ਜੀ ਇਹ ਧੰਦਾ ਮਤਲਬ ਲੋਕ ਛੱਡ ਰਹੇ ਜੀ। ਇਸੇ ਵਿੱਚ ਕੁਝ ਨਹੀਂ ਹੈ ਬਚਣ ਬਚਾਉਣ ਨੂੰ। ਠੀਕ ਹੈ, ਇੱਕ ਬੰਦਾ ਉਹਦੇ ਕੋਲ 5-7 ਕਿੱਲੇ ਹੈ, 2-4 ਕਿੱਲੇ ਜ਼ਮੀਨ ਦੇ ਮਾੜਾ ਮੋਟਾ ਡੰਗਰ ਰੱਖ ਕੇ ਆਪਣਾ ਟਾਈਮ ਪਾਸ ਕਰੀ ਜਾ ਰਹੀ। ਜਿਹੜੀ ਖੇਤੀ ਵਾਲਾ ਧੰਦਾ ਕੋਈ ਜ਼ਿਆਦਾ ਹੁਣ ਲਾਹੇਵੰਦ ਨਹੀਂ ਰਿਹਾ। ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖਿਓ ਇਹ ਬਹੁਤ ਮਤਲਬ ਥੱਲੇ ਜਾਏਗਾ ਜੀ ਧੰਦਾ। ਇਹ ਕੁਝ ਨਹੀਂ ਹੈ ਜੀ, ਲੋਕ ਲੱਗੇ ਹੋਏ ਆ, ਠੀਕ ਹੈ, ਕਰ ਰਹੇ ਜੀ ਆਪਣਾ। ਹੋਰ ਨੌਕਰੀਆਂ ਹੈ ਨਹੀਂ, ਪੰਜਾਬ ਸਰਕਾਰਾਂ ਨੌਕਰੀਆਂ ਦੇ ਨਹੀਂ ਰਹੀਆਂ। ਮੁੰਡੇ ਆਪਣੇ ਬਾਹਰ ਭੱਜ ਰਹੇ ਜੀ, ਬੱਚੇ ਬਾਹਰ ਜਾ ਕੇ ਵਿਦੇਸ਼ਾਂ 'ਚ ਰੁੜ ਰਹੇ, ਧੱਕੇ ਖਾ ਰਹੇ ਜੀ। ਜੇ ਸਾਡੀਆਂ ਸਰਕਾਰਾਂ ਉਰੇ ਉਹਨਾਂ ਨੂੰ ਰੁਜ਼ਗਾਰ ਦੇਵੇ ਜੀ ਤਾਂ ਕਿਉਂ ਆਪਣੇ ਬੱਚੇ ਬਾਹਰ ਜਾਣ ਜੀ? ਉੱਥੇ ਜਾ ਕੇ ਵੀ ਤਾਂ ਲੇਬਰ ਕਰਦੇ ਨੇ ਜੀ। ਤੇ ਉਰੇ ਜੇ ਸਰਕਾਰਾਂ ਨੌਕਰੀਆਂ ਉਰੇ ਦੇਣ ਜੀ, ਬੜੇ ਬੜੇ ਦਾਅਵੇ ਕਰਦੀਆਂ, ਕੋਸ਼ਿਸ਼ ਕਰਦੀਆਂ, ਤੇ ਬੱਚੇ ਆਪਣੇ ਕਿਉਂ ਰੋਣ ਜੀ? ਕਿਉਂ ਆਪਣਾ ਘਰ ਛੱਡ ਕੇ ਬੱਚੇ ਜਾਣ ਜੀ? ਕਿੰਨੀਆਂ ਮੌਤਾਂ ਬਾਹਰ ਹੋ ਰਹੀਆਂ ਤੁਸੀਂ ਦੇਖੋ। ਹਰ ਮੇਰੇ ਖਿਆਲ ਸੈਂਕੜੇ ਦੇ ਹਿਸਾਬ ਨਾਲ ਆਪਣੇ ਪੂਰੇ ਬਾਹਰ ਅਮਰੀਕਾ, ਕੈਨੇਡਾ ਵਿੱਚ, ਯੂਰਪ ਦੇਸ਼ਾਂ 'ਚ ਆਪਣੇ ਬੱਚੇ ਮਰਦੇ ਆ ਜੀ। 40-40 ਲੱਖ ਰੁਪਇਆ ਲਾ ਕੇ 2 ਨੰਬਰ 'ਚ ਜਾਂਦੇ ਆ। ਉਹ ਮਾਵਾਂ ਦੇ ਬੱਚੇ ਜੰਗਲਾਂ ਵਿੱਚ ਰੁੜ ਰਹੇ ਜੀ। ਉਹ ਕਿਉਂ ਰੁੜ ਰਹੇ ਆ ਜੀ? ਜੇ ਸਾਡੀਆਂ ਸਰਕਾਰਾਂ ਦੇ ਇਹਨਾਂ ਦੇ ਪਾਲਿਸੀਆਂ ਨਿਕੰਮੀਆਂ, ਨੀਤੀਆਂ ਨਿਕੰਮੀਆਂ। ਜੇ ਉਰੇ ਰੁਜ਼ਗਾਰ ਬੱਚੇ ਨੂੰ ਮਿਲੇ ਤਾਂ ਕੋਈ ਕਿਸੇ ਦਾ ਦਿਲ ਨਹੀਂ ਕਰਦਾ ਬਾਹਰ ਜਾਣ ਨੂੰ। ਨਵੀਂ ਸਰਕਾਰ ਤੋਂ ਉਮੀਦ ਹੈ ਬਾਈ ਜੀ? ਤੁਸੀਂ ਨੇ ਗੱਲਾਂ ਬਹੁਤ ਵੱਡੀਆਂ ਕਹੀਆਂ ਨੇ ਕਿ ਮਾਵਾਂ ਦੇ ਜਿਗਰ ਦੇ ਟੁਕੜੇ ਜਿਹੜੇ ਨੇ ਜੰਗਲਾਂ ਦੇ ਵਿੱਚ ਰੁਲ ਰਹੇ ਨੇ। ਨਵੀਂ ਸਰਕਾਰ ਤੋਂ ਉਮੀਦ ਹੈ ਕੋਈ? ਦੇਖੋ ਜੀ, ਉਮੀਦ ਤਾਂ ਭਗਵੰਤ ਮਾਨ ਸਾਹਿਬ ਤੋਂ ਬਹੁਤ ਹੈ ਜੀ। ਆਪਣਾ ਇਹ ਤਾਂ ਹੁਣ ਆਉਣ ਵਾਲਾ ਟਾਈਮ ਹੀ ਦੱਸੇਗਾ ਜੀ। ਇਸ ਤਰ੍ਹਾਂ ਪਹਿਲਾਂ ਵੀ ਸਰਕਾਰਾਂ ਆ ਕੇ ਚਲ ਗਈਆਂ ਜੀ, ਉਰੇ ਵੱਡੇ ਵੱਡੇ ਦਾਅਵੇ ਕਰ ਗਈਆਂ ਜੀ। ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਤੁਹਾਡੇ ਸਾਹਮਣੇ ਮੁੱਕਰ ਗਏ ਜੀ। ਪਰ ਇਹ ਤਾਂ ਹੁਣ ਦੇਖੋ, ਅਸੀਂ ਤਾਂ ਇਹੀ ਭਗਵੰਤ ਮਾਨ ਸਾਹਿਬ ਨੂੰ ਕਹਿੰਦੇ ਹਾਂ, ਕੁਛ ਨਹੀਂ ਚਾਹੀਦਾ। ਜੇ ਪੰਜਾਬ ਬਚਾਉਣਾ ਤਾਂ ਪੰਜਾਬ ਦੀ ਜਵਾਨੀ ਨੂੰ ਰੁਜ਼ਗਾਰ ਦੇ ਦਿਓ ਉਰੇ। ਕੋਈ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਜੀ ਉਰੇ ਸਿੱਖਿਆ ਦੇ ਖੋਲ੍ਹੋ ਸਾਧਨ ਜੀ, ਮੈਡੀਕਲ ਕਰੋ ਜੀ ਆਪਣਾ ਜੀ। ਸਭ ਤੋਂ ਵੱਡਾ ਰੁਜ਼ਗਾਰ ਸਾਡਾ ਬੱਚਿਆਂ ਦਾ ਰੁਜ਼ਗਾਰ ਦਾ ਮਸਲਾ ਜੀ, ਹੋਰ ਕੋਈ ਨਹੀਂ ਹੈ ਜੀ। ਬੱਚਿਆਂ ਨੂੰ ਰੁਜ਼ਗਾਰ ਮਿਲ ਗਿਆ ਆਪੇ ਸਭ ਮਸਲਾ ਹੱਲ ਹੋ ਜਾਣਾ ਜੀ। ਤੇ ਬਾਈ ਲਾਸਟ ਸਵਾਲ ਆ ਕਿ ਮੰਡੀਆਂ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਫਸਲ ਸਹੀ ਤਰੀਕੇ ਨਾਲ ਤੋਲੀ ਜਾ ਰਹੀ ਆ, ਪੇਮੈਂਟ ਆਉਣ ਦੀ ਵੀ ਉਮੀਦ ਆ, ਕਿਸ ਪੱਖ ਤੋਂ ਸੁਧਾਰ ਦੀ ਗੁੰਜਾਇਸ਼ ਹਲੇ ਵੀ ਤੁਹਾਨੂੰ ਲੱਗਦਾ ਹੈ ਕਿ ਇਹ ਪੱਖ ਮੰਡੀ ਦੇ ਵਿੱਚ ਸੁਧਾਰ ਕਰਨਾ ਚਾਹੀਦਾ? ਨਹੀਂ, ਸੁਧਾਰ ਤਾਂ ਠੀਕ ਹੈ ਜੀ। ਇਸ ਤਾਂ ਦੇਖੋ ਸਾਰਾ ਕੁਝ ਠੀਕ ਚੱਲ ਰਿਹਾ ਜੀ। ਮਤਲਬ ਪੇਮੈਂਟ ਵੀ ਚਲੋ ਹੁਣ ਸਰਕਾਰ ਤਾਂ 24 ਘੰਟੇ 'ਚ ਕਹਿ ਰਹੀ ਹੈ ਜੀ। ਅਸੀਂ 48 ਘੰਟੇ ਨੂੰ ਵੀ ਬਹੁਤ ਬੜਾ ਇਹਨਾਂ ਦਾ ਮਾਰਕਾ ਮੰਨ ਰਹੇ ਜੀ, ਬਈ ਬਹੁਤ ਵੱਡੀ ਇਹਨਾਂ ਦੀ ਉਹ ਹੈ ਜੀ। ਇਹ ਜਿੱਤੇ ਜੇ ਆਪਣਾ 48 ਘੰਟੇ 'ਚ ਪੇਮੈਂਟ ਆਉਂਦੀ ਹੈ ਜੀ। ਬਾਕੀ ਹੁਣ ਅਸੀਂ ਅੱਜ ਆਏ ਹਾਂ ਜੀ, ਸਾਨੂੰ ਪਤਾ ਲੱਗੇਗਾ 2 ਦਿਨ ਬਾਅਦ ਜਦੋਂ ਸਾਡੇ ਖਾਤੇ 'ਚ ਪੈਸੇ ਆਉਣਗੇ ਜੀ, ਤਾਂ ਹੀ ਪਤਾ ਲੱਗੇਗਾ ਨਾ ਜੀ। ਸੋ ਬਹੁਤ ਸ਼ੁਕਰੀਆ। ਸੋ ਰੂਪਨਗਰ ਮੰਡੀ ਦੇ ਵਿੱਚ ਕਿਸਾਨ, ਖੇਤਾਂ ਦਾ ਰਾਜਾ ਕਿਸਾਨ, ਆਪਣਾ ਸੋਨਾ ਲੈ ਕੇ, ਆਪਣੀ 6 ਮਹੀਨੇ ਦੀ ਮਿਹਨਤ ਦੀ ਕਮਾਈ ਲੈ ਕੇ
ਪਹੁੰਚ ਚੁੱਕਿਆ ਹੈ। ਨਵੀਂ ਸਰਕਾਰ ਤੋਂ ਉਮੀਦਾਂ ਨੇ, ਗੱਲਾਂ ਬਾਤਾਂ ਕੀਤੀਆਂ ਨੇ ਕਿ ਸਰਕਾਰ ਵੱਲੋਂ ਜਿਸ ਤਰ੍ਹਾਂ ਦਾਅਵੇ ਕੀਤੇ ਜਾ ਰਹੇ ਸੀ ਕਿ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਸਮੇਂ ਸਿਰ ਪੰਜਾਬ ਸਰਕਾਰ ਚੁੱਕੂਗੀ, ਉਹ ਕਿਤੇ ਨਾ ਕਿਤੇ ਇਹਨਾਂ ਦੇ ਕਹਿਣ ਮੁਤਾਬਕ ਸੱਚ ਸਾਬਤ ਹੁੰਦੇ ਦਿਖ ਰਹੇ ਨੇ। ਪੇਮੈਂਟ ਦਾ ਮਸਲਾ ਸਰਕਾਰ ਵੱਲੋਂ ਹਾਲਾਂਕਿ 24 ਘੰਟੇ ਦੇ ਵਿੱਚ ਕਿਹਾ ਗਿਆ, ਪਰ ਕਿਸਾਨਾਂ ਦਾ ਕਹਿਣਾ ਕਿ ਜੇਕਰ ਸਾਨੂੰ 48 ਘੰਟੇ ਦੇ ਵਿੱਚ ਵੀ ਸਾਡੀ ਮਿਹਨਤ ਦੀ ਕਮਾਈ ਸਾਡੇ ਖਾਤਿਆਂ ਦੇ ਵਿੱਚ ਪੈ ਜਾਵੇ ਤਾਂ ਸਾਡੇ ਲਈ ਬਹੁਤ ਵਧੀਆ ਗੱਲ ਹੋਊਗੀ। ਬਾਕੀ ਹਾਲੇ ਕਣਕ ਦੇ ਖਰੀਦ ਸੀਜ਼ਨ ਦੀ ਸ਼ੁਰੂਆਤ ਆ, ਤਕਰੀਬਨ 10 ਤੋਂ 12 ਦਿਨ ਦੇ ਬਾਅਦ ਜਦੋਂ ਪੂਰਾ ਜ਼ੋਰ ਕਣਕ ਦੀ ਖਰੀਦ ਦਾ ਹੋਊਗਾ, ਉਸ ਸਮੇਂ ਪੰਜਾਬ ਦੀਆਂ ਮੰਡੀਆਂ ਦੇ ਅਸਲੀ ਹਾਲਾਤ ਜਿਹੜੇ ਨੇ ਪਤਾ ਲੱਗਣਗੇ। ਪੰਜਾਬੀ ਲੋਕ ਚੈਨਲ ਦੇ ਲਈ ਸੰਸਾਰਦੀਪ ਸਿੰਘ, ਰੂਪਨਗਰ।